ਧੰਨ ਸਾਹਿਬ श्री गुरु नानक देव पातशाह महाराज जी के मुबारक स्थान गुरुद्वारा नानक देव साहिब की यात्रा कर रहे समूह गुरु साध संगत को जिन्हों बड़े शब्दा प्यार शब्द भावना सहित आपने पढ़िया कीर्तन की सेवा बहुत ही सत्कार लो सम्मान लो भाई लखीर साहब वारिस इसी तरह ही प्रेम प्यार तय भावना से गुरबाणी के कीर्तन द्वारा गुरचरणों मिला जो कि गुरु का शब्द जीवन में नवास की अरदास है। समा है स्थानक मर्यादा अनुसार चल रही घड़ी बार गुरु इतिहास की कथा की सेवा निभा रहे हैं सिंह साहिब ज्ञानी बलदेव सिंह जी हेड ग्रंथी गुरुद्वारा नानक देव साहिब संगतां नूं बेनती आप जी प्रभु की उस्तत करो सतमीत सावधान एकाग्र जी प्यार से एकाग्र चित होकर बैठ के सिंह साहिब जी पासों कथा श्रवण करो। वाहिगुरू जी का खालसा वाहिगुरू जी की फतेह। सतनाम वाहिगुरू जी। गुरु नानक पद पंकज बंदन पद पंकज बंदन सिमरो अंगद दुख निकंदन अमरदास हृदय नित त्यागो हृदय नित त्यागो रामदास गुरु गुण गावो गुरु अर्जन विघ्नन के नासक विघ्नन के नासक हर गोबिंद शुभ समत प्रकाशक श्री हर राय नमो कर जोई नमो कर जोई श्री हर कृष्ण मनाए बहोई तेग बहादुर परम कृपाला परम कृपाला श्री गुरु गोबिंद सिंह साला करूं तरा पर पुन पुन सीसा पुन पुन सीसा बंदों बार बार जगदीसा जिसमें अमृत ज्ञान है मानक भगत वैराग श्री गुरु ग्रंथ साहिब उदद बंदों कर अनुराग एकंकार सतगुरु ते प्रसाद सच होए वाहिगुरु जी की फतेह विघ्न विनाशन सोए गुरु नानक पुरुषोत्तमं परव परावर नाथ युगल चरण मम बंदना तार पर तार कर मात युगल चरण मम बंदना तार पर तार कर मात
जोग सुबेगर पत मिल सारे, फेर चमू प्रतगार उचारे। बड़ जतन ते सन्मुख करै, कितक पलावे केतक मरै। 11 जहूर हाजरा हजूर, ਸਰਬ ਕਲਾ ਭਰਪੂਰ, ਚਬਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਜੁਗ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ। ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਬੈਠ ਕਰਕੇ ਗੁਰਬਾਣੀ ਦਾ ਮਨੋਹਰ ਕੀਰਤਨ ਸਰਵਣ ਕਰਦੇ ਹੋਏ ਆਪਣਾ ਜਨਮ ਸਫਲ ਬਣਾ ਰਹੇ ਹੋ। ਸਾਰੇ ਮਿਲ ਕੇ ਬੜੇ ਪਿਆਰ ਸਤਿਕਾਰ ਦੇ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਪਿਆਰ ਸਤਿਕਾਰ ਦੇ ਨਾਲ ਗੁਰੂ ਘਰ ਦੇ ਕੀਰਤਨੀਏ ਸਤਿਕਾਰਯੋਗ ਭਾਈ ਲਖਬੀਰ ਸਿੰਘ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਾ ਰਹੇ ਸਨ। ਹੁਣ ਸਮਾਂ ਹੋਇਆ ਹੈ ਲੜੀਵਾਰ ਗੁਰ ਇਤਿਹਾਸ ਦੀ ਪਾਵਨ ਕਥਾ ਦਾ। ਹਰ ਰੋਜ਼ ਬੜੇ ਪਿਆਰ ਸਤਿਕਾਰ ਦੇ ਨਾਲ ਆਪ ਜੀ ਇਹ ਪਾਵਨ ਕਥਾ ਸਰਵਣ ਕਰਦੇ ਹੋ। ਪਿਛੇ ਪ੍ਰਸੰਗ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਦੇ ਵਿੱਚ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਰਹੇ ਹਨ। ਔਰ ਇਹ ਜੋ ਪਹਾੜੀ ਰਾਜੇ ਹਨ, ਇਹਨਾਂ ਨੇ ਜਾ ਕਰਕੇ ਬਾਦਸ਼ਾਹ ਦੇ ਕੋਲ ਸ਼ਿਕਾਇਤ ਕੀਤੀ ਹੈ ਕਿ ਸਾਡੀ ਮਦਦ ਕੀਤੀ ਜਾਵੇ। ਉਧਰੋਂ ਲਾਹੌਰ ਤੋਂ ਫੌਜ ਚੜ੍ਹੀ ਹੈ, ਇੱਧਰ ਸਰਹੰਦ ਤੋਂ ਫੌਜਾਂ ਚੜ੍ਹੀਆਂ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਆ ਕੇ ਇਹਨਾਂ ਨੇ ਜੰਗ ਕਰਨਾ ਸ਼ੁਰੂ ਕੀਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਨ੍ਹਾਂ ਨੇ ਖਾਲਸੇ ਨੂੰ ਕਿਹਾ ਕਿ ਸੈਨਾ ਤਿਆਰ ਹੋਵੇ, ਘੋੜਿਆਂ ਨੂੰ ਤਿਆਰ ਕਰੋ, ਸ਼ਸਤਰ ਸੰਭਾਲੋ, ਅਸੀਂ ਜੰਗ ਦੇ ਮੈਦਾਨ ਵਿੱਚ ਜਾਵਾਂਗੇ। ਗੁਰੂ ਸਾਹਿਬ ਜੀ ਅੱਗੇ ਅੱਗੇ ਦੇ ਯੋਧੇ ਜਿਹੜੇ ਸਨ ਉਹ ਪਿੱਛੇ ਪਿੱਛੇ ਜੰਗ ਦੇ ਮੈਦਾਨ ਵੱਲ ਨੂੰ ਕਿਲੇ ਤੋਂ ਨਿਕਲ ਕੇ ਆਏ ਨੇ। ਇੱਧਰ ਇਹ ਜ਼ਬਰਦਸਤ ਖਾਂ ਲਾਹੌਰ ਦਾ ਸੂਬੇਦਾਰ ਤੇ ਵਜ਼ੀਰ ਖਾਂ ਸਰਹੰਦ ਦਾ ਸੂਬੇਦਾਰ, ਇਹਨਾਂ ਦੇ ਕੋਲ ਬੈਠਾ ਹੋਇਆ ਭੀਮ ਚੰਦ ਪਹਾੜੀ ਰਾਜਿਆਂ ਦਾ ਸਰਦਾਰ। ਇਹਨਾਂ ਨੇ ਇੱਕ ਦੂਰਬੀਨ ਰੱਖੀ ਹੋਈ ਹੈ ਤੇ ਭੀਮ ਚੰਦ ਦੂਰਬੀਨ ਦੇ ਨਾਲ ਵੇਖ ਰਿਹਾ ਹੈ। ਇਹ ਪੁੱਛਦੇ ਨੇ ਦੋਵੇਂ ਸੂਬੇਦਾਰ ਕਿ ਜਿਹੜੀ ਕਿਲੇ ਤੋਂ ਨਿਕਲ ਕੇ ਫੌਜ ਆ ਰਹੀ ਹੈ, ਦੂਰੋਂ ਦਿਸ ਰਹੀ ਹੈ, ਉਹਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਹੈਗੇ ਨੇ, ਸਾਨੂੰ ਦੱਸੋ। ਤੇ ਭੀਮ ਚੰਦ ਨੇ ਆਖਿਆ, ਖਾਨ ਸਾਹਿਬ, ਸਭ ਤੋਂ ਅੱਗੇ ਯੁੱਧ ਨੂੰ ਪਿਆਰ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆ ਰਹੇ ਹਨ। ਕਹਿੰਦੇ ਸੋਨੇ ਦੀ ਕਾਠੀ ਪ੍ਰਗਟ ਰੂਪ ਦੇ ਵਿੱਚ ਚਮਕ ਰਹੀ ਹੈ। ਗੁਰੂ ਦੇ ਜਿਹੜੇ ਵਸਤਰ ਹਨ ਉਹ ਹੀਰੇ ਜਵਾਹਰਾਤਾਂ ਦੇ ਨਾਲ ਕਹਿੰਦੇ ਜਗਮਗ ਕਰ ਰਹੇ ਹਨ। ਗੁਰੂ ਜੀ ਘੋੜੇ ਨੂੰ ਨਚਾਉਂਦੇ ਟਪਾਉਂਦੇ ਆ ਰਹੇ ਹਨ। ਨੀਲੇ ਘੋੜੇ 'ਤੇ ਸਵਾਰ ਹਨ, ਮੋਢੇ ਉੱਤੇ ਉਹਨਾਂ ਸਬਜ਼ ਰੰਗ ਦੀ ਕਮਾਨ ਧਾਰਨ ਕੀਤੀ ਹੈ, ਗਲ ਵਿੱਚ ਵੱਡੀ ਤਲਵਾਰ ਪਾਈ ਹੋਈ ਹੈ, ਸਿਰ ਉੱਤੇ ਉਹਨਾਂ ਨੇ
ਜਗ੍ਹਾ ਬਹੁਤ ਜਿਹੜੀ ਹੀਰਿਆਂ ਦੇ ਨਾਲ ਮੜੀ ਹੋਈ ਚਮਕ ਰਹੀ ਹੈ। ਉੱਚੀ ਕਲਗੀ ਝੁੱਲ ਰਹੀ ਹੈ ਜਿਹਦੇ ਵਿੱਚ ਹੀਰੇ ਲੱਗੇ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਯੁੱਧ ਵਾਸਤੇ ਘੋੜੇ ਤੇ ਸਵਾਰ ਹੋ ਕੇ ਆ ਰਹੇ ਹਨ। ਹੁਣ ਯੁੱਧ ਦੇ ਮੈਦਾਨ ਵਿੱਚ ਵੱਡਾ ਬਲ ਧਾਰ ਕੇ ਸੂਰਮਿਆਂ ਨੂੰ ਮਾਰਨਗੇ। ਹੁਣ ਤੋਪਾਂ ਚਲਾਉਣੀਆਂ ਸ਼ੁਰੂ ਕਰ ਦਿਓ, ਬਹੁਤ ਗੋਲੇ ਛੱਡੋ। ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਉਹਦੇ ਜਿਹੜੇ ਨਾਲ ਦੇ ਸਿੱਖ ਨੇ ਨਾ, ਉਹ ਉੱਡ ਜਾਣ ਗੋਲਿਆਂ ਦੇ ਨਾਲ, ਤੇ ਟੋਲਿਆਂ ਵੀ ਲੱਭਿਆਂ ਵੀ ਲੱਭਣ ਨਾ। ਕਈ ਤੋਪਾਂ ਤਿਆਰ ਸਨ, ਉਹਨਾਂ ਨੂੰ ਚਲਾਉਣ ਦਾ ਹੁਕਮ ਕੀਤਾ। ਮਤਾਬੀ ਨਾਲ ਜਦੋਂ ਉਹ ਦਾਗ ਦਿੱਤੀਆਂ, ਬਹੁਤ ਉੱਚੀ ਆਵਾਜ਼ ਹੋਈ। ਉਹਨਾਂ ਵਿੱਚੋਂ ਬਹੁਤ ਅੱਗ ਨਿਕਲਦੀ ਸੀ ਤੇ ਧਰਤੀ ਹਿੱਲਦੀ ਸੀ। ਵੱਡਾ ਧੂਆਂ ਹੋਣ ਕਰਕੇ ਸਾਰੇ ਹਨੇਰਾ ਛਾ ਗਿਆ, ਕੁਝ ਦਿਖਾਈ ਨਹੀਂ ਸੀ ਦੇ ਰਿਹਾ। ਸਾਰੇ ਪਹਾੜ ਹਿੱਲ ਗਏ। ਕਹਿੰਦੇ ਉੱਚੀ ਜਿਹੜੀ ਧੁਨੀ ਹੋਈ, ਬਹੁਤ ਉੱਚੀ ਆਵਾਜ਼ ਗੂੰਜੀ ਹੈ ਤੇ ਫਿਰ ਬਹੁਤ ਗੋਲੇ ਇਕੱਠੇ ਹੀ ਚੱਲੇ। ਉਹ ਕਿਸੇ ਨੂੰ ਛੂਹ ਨਾ ਸਕੇ, ਨਾ ਕੋਈ ਗੋਲਾ ਗੁਰੂ ਦੇ ਆ ਕੇ ਲੱਗਿਆ ਤੇ ਨਾ ਹੀ ਕਿਸੇ ਸਿੱਖ ਦੇ ਲੱਗਿਆ। ਗੁਰੂ ਸਾਹਿਬ ਤੇ ਉਹਦੇ ਸਿੱਖ ਅੱਗੇ ਅੱਗੇ ਨੂੰ ਚੱਲਦੇ ਰਹੇ ਤੇ ਤੜ ਤੜ ਕਰਦੀਆਂ ਬੰਦੂਕਾਂ ਵਿੱਚੋਂ ਗੋਲੀਆਂ ਚੱਲੀਆਂ। ਜਦ ਸੂਬੇ ਨੇ ਵੇਖਿਆ ਕਿ ਗੋਲੇ ਨਿਕਲ ਕੇ ਅਸਮਾਨ ਵੱਲ ਨੂੰ ਜਾ ਰਹੇ ਨੇ, ਤੇ ਉਹਨੇ ਗਾਲਾਂ ਕੱਢ ਕੇ ਤੋਪਚੀਆਂ ਨੂੰ ਝਿੜਕਣਾ ਕੀਤਾ ਹੈ। ਕਹਿੰਦੇ ਤੁਹਾਡਾ ਤੋਪਾਂ ਚਲਾਉਣ ਦਾ ਇਲਮ ਕਿੱਥੇ ਚਲੇ ਗਿਆ? ਕਿਸੇ ਨੂੰ ਇੱਕ ਗੋਲਾ ਨਹੀਂ ਲੱਗਾ। ਸਾਹਮਣੇ ਸੈਨਾ ਦਲ ਚੱਲਦਾ ਆ ਰਿਹਾ ਹੈ, ਕਿਸੇ ਦਾ ਵੀ ਸਿਰ ਨਹੀਂ ਭੰਨਿਆ ਤੁਸੀਂ। ਫਿਰ ਆਖਿਆ ਤੋਪ ਦਾ ਮੂੰਹ ਨੀਵਾਂ ਕਰਕੇ ਗੋਲੇ ਚਲਾਓ। ਤੇ ਜਦੋਂ ਸੂਬੇ ਦੀ ਗੱਲ ਮੰਨ ਕੇ ਤੋਪ ਦਾ ਮੂੰਹ ਨੀਵਾਂ ਕਰਕੇ ਗੋਲੇ ਚਲਾਏ, ਤੇ ਉਹ ਗੋਲੇ ਜਿਹੜੇ ਸਨ ਉਹ ਧਰਤੀ ਦੇ ਵਿੱਚ ਹੀ ਆ ਕੇ ਵੱਜ ਗਏ, ਕਿਸੇ ਨੂੰ ਵੱਜੇ ਨਹੀਂ। ਕਹਿੰਦੇ ਪਹੁੰਚ ਨਾ ਸਕੇ ਗੁਰੂ ਤੱਕ। ਕੋਈ ਸੱਜੇ ਨੂੰ ਨਿਕਲ ਜਾਂਦਾ ਹੈ, ਕੋਈ ਖੱਬੇ ਨੂੰ ਨਿਕਲ ਜਾਂਦਾ ਹੈ। ਇੱਥੇ ਕਵੀ ਜੀ ਕਹਿੰਦੇ ਨੇ ਕਿ ਇਹ ਮੂਰਖ ਜਾਣ ਹੀ ਨਹੀਂ ਸਕਦੇ ਕਿ ਜਿਸ ਗੁਰੂ ਦੇ ਹੁਕਮ ਵਿੱਚ ਹਵਾ ਚੱਲਦੀ ਹੈ, ਪਾਣੀ ਚੱਲਦਾ ਹੈ, ਅੱਗ ਚੱਲਦੀ ਹੈ, ਇਹ ਸਾਰੇ ਤੱਤ ਜਿਸ ਗੁਰੂ ਦਾ ਹੁਕਮ ਮੰਨਦੇ ਨੇ, ਇਹ ਮੂਰਖ ਉਸ ਗੁਰੂ ਨੂੰ ਮਾਰਨਾ ਚਾਹੁੰਦੇ ਨੇ। ਇਸ ਤਰ੍ਹਾਂ ਕਵੀ ਜੀ ਕਹਿੰਦੇ ਕਿ ਮਾੜੀ ਮੱਤ ਵਾਲਿਆਂ ਨੂੰ ਸਮਝ ਨਹੀਂ ਹੈ। ਹੁਣ ਉਹਨਾਂ ਨੇ ਜਦੋਂ ਦੇਖਿਆ ਕਿ ਨਵਾਬ ਬੜਾ ਗੁੱਸੇ ਵਿੱਚ ਹੈ, ਤੋਪਾਂ ਤੋਂ ਕੁਝ ਸਰਿਆ ਨਹੀਂ, ਤੇ ਹੁਣ ਘੋੜਿਆਂ 'ਤੇ ਸਵਾਰ ਹੋ ਕੇ ਅੱਗੇ ਗੁਰੂ ਜੀ ਦੇ ਨਾਲ ਯੁੱਧ ਕਰਨ ਵਾਸਤੇ ਆਏ ਨੇ। ਬਹੁਤ ਉੱਚੀ ਆਵਾਜ਼, ਨਗਾਰੇ ਵੱਜੇ ਤੇ ਵੱਡੇ ਉਤਸ਼ਾਹ ਦੇ ਨਾਲ ਸਿੰਘ ਭਰ ਗਏ। ਪਟੇ ਢੋਲ ਇੱਕ ਵਾਰ ਬਹੁਤ ਵੱਜੇ ਹਨ। ਇੱਕ ਹੁੰਦਾ ਹੈ ਕਿ ਕੱਪੜੇ ਨੂੰ ਚੰਗੀ ਤਰ੍ਹਾਂ ਵੱਟ ਚੜਾ ਕੇ ਤੇ ਉਸ ਨੂੰ ਫਿਰ ਦੂਰਾ ਕਰਕੇ ਘੁਮਾ ਕੇ ਉਹ ਡੱਗੇ ਦੇ ਉੱਤੇ ਜਦੋਂ ਮਾਰਦੇ ਨਾ, ਤੇ ਉਹ ਬਹੁਤ ਜ਼ਿਆਦਾ ਆਵਾਜ਼ ਨਿਕਲਦੀ ਹੈ। ਉਹਨੂੰ ਪਟੇ ਢੋਲ ਕਵੀ ਜੀ ਨੇ ਬਿਆਨਿਆ ਹੈ। ਸੈਨਾ ਵਿੱਚ ਚਿੱਤ ਪ੍ਰਸੰਨ ਹੋ ਗਿਆ ਤੇ ਪ੍ਰਸੰਨ ਚਿੱਤ ਹੋ ਕੇ ਸੈਨਾ ਚੜ੍ਹੀ। ਸੂਰਬੀਰ ਅੱਗੇ ਵੱਲ ਵਧੇ। ਅੱਗੇ ਆ ਕੇ ਜਦੋਂ ਸਿੰਘਾਂ ਵੱਲ ਨੂੰ ਆਏ ਤੇ ਅੱਗੋਂ ਗੋਲੀਆਂ ਚੱਲੀਆਂ, ਅੱਗੋਂ ਤੀਰ ਚੱਲੇ, ਬੰਦੂਕਾਂ ਦੀ ਤੜ ਤੜ ਹੋ ਗਈ। ਹਰ ਇੱਕ ਬੰਦੂਕ ਦੇ ਵਿੱਚੋਂ 2-2 ਗੋਲੀਆਂ ਨਿਕਲੀਆਂ। ਦੁਨਾਲੀਆਂ ਬੰਦੂਕਾਂ ਸਿੰਘਾਂ ਦੇ ਕੋਲ। ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀਰ ਰਸ ਧਾਰਨ ਕੀਤਾ ਤੇ ਕਠੋਰ ਧਨੁੱਖ ਸੰਭਾਲਿਆ। ਉਹਦੇ ਵਿੱਚ ਖੱਪਰੇ ਤੀਰ ਰੱਖ ਕੇ
वैरी वाल खिच खिच के चलाए, एको वार 10 वैरियां नूं मार मुकाया। घोड़े ते मनुख एक सार अगे पिछे डिगदे सन धरती ते। जिहदे भी तीर लगदा, घोड़ा होवे जां मनुख होवे, धरती ते डिग पैंदा। हाथन धरे तफंग को गिर खेत मझारी, रण खेतर विच डिग के हाथ विच बंदूक धारण करी रखते हैं। कई ऐसे सूरमे भी फिर भी नहीं छड्डदे। मैनूं एक गल याद आ गई, सबरावां दे मैदान विच शाम सिंह अटारी ये रण मैदान विच जुझे ने। उस वेले धोखा ये होया कि बरूद की जगह रेत ते राई सरों पा के पेश की गई, ते उधर सामने तो तोपां चल रही ने, ते इधर एक ही तोप है जो भी बरूद नहीं है। बड़ा रोकिया नालदियां ने, अगे फौज बड़ी है, आपां थोड़े हैं, पिछे हट जाइए। वो कहन लगा मैं पिंड वालियां नाल वादा करके तुरे हुण मैं तो अगे ही पैर वधावांगा, पिछे नहीं। जदों फेरू शहर वाला ते मुदकी वाला जंग हार गए सन सिख अंग्रेज़ों तो, ते महाराणी जिंदा ने शाम सिंह अटारी नूं चिट्ठी लिखी सी। उस वेले उस चिट्ठी दे विच लिखिया गया सी, चिट्ठी लिखी महाराणी ने शाम सिंह नूं, बैठ रिया की चित विच धार सिंघा, जंग फेरू शहर ते मुदकी वाले दोवें गए अंग्रेज़ां तो हार सिंघा, कानू हार दे ते मेहणे जग दिंदा, जिउंदी हुंदी जे अज सरकार सिंघा। ते उस वेले लिखिया सी भी अजे भी वक्त ही तू रुड़दे पंजाब की शान नूं बचा सकदे। ऐसी तलवार वाही शहीद हो गया शाम सिंह अटारी, पर उन्हें तलवार हाथ विचों नहीं छड्डी, या कह लो हाथ इन्ना पक गया सी तलवार वाह वाह के मुठे दे नाल कि शहीद हो गया। ते अजे भी तलवार दे उस तरह मुठा हाथ विच है। कहते उन्हें छडाउणा चाहया, पर अखीर बांह वढ़ के बाजू समेत नाल तलवार ते समय दी महाराणी दे अगे पेश की गई सी। नाल कहा गया सी जे इहो जे 4 हाथ होर हुंदे ते आपां जंग नहीं सी जित सकते। ऐसे ऐसे भी सूरमे हुंदे ने रण खेतर विच डिग के फिर भी बंदूक हाथ विच धारण करदे हन जी। हाथन धरे तफंग को गिर खेत मझारी, केतक त्रांगन चावते ओए चमू अगारी। कई घोड़े नचाउंदे नचाउंदे सैना दे अगे आउंदे सन जी। सैयद मुगल पठान गना उमड़ंत रोहिले। इस तरह कवि जी कहते सैयद मुगल पठान रोहेले वड्डी गिणती विच उमड़ के आए। नेजे उन्होंने तबर तलवारां हत्थां दे विच ऐसे शास्त्र पकड़े हुए सन। घोड़े भजा के अगे होके बंदूकां चला के मारते सन। वड्डा घमंड करके प्रचंड रूप धार के सूरबीर रण खेतर विच सूरमियां नूं मार रहे हैं। आपस विच मिल के कहते मार लवो जान ना दिओ। इस तरह ललकारे मारते सन। गुरु जी के हुक्म नाल खालसा अगे वधदा जा रहा है। सिंह क्रोध धार के बंदूकां लैके अगे वध के जुट गए। ते कवि जी कहते
ਕਿ ਬਹੁਤਨ ਕੇ ਸਿਰ ਫੁੱਟੇ ਲੱਗ ਲੱਗ ਗੋਰੀਆਂ, ਬਹੁਤਿਆਂ ਦੇ ਸਿਰ ਵਿੱਚ ਗੋਲੀਆਂ ਲੱਗ ਲੱਗ ਕੇ ਸਿਰ ਫੁੱਟ ਗਏ। ਹੁਣ ਇੱਕ ਗੱਲ ਮੈਂ ਹੋਰ ਤੁਹਾਡੇ ਨਾਲ ਸਾਂਝੀ ਕਰਾਂ ਕਿ ਸਿੱਖ ਦੇ ਸਿਰ ਦੇ ਉੱਤੇ ਜਿਹੜੀ ਦਸਤਾਰ ਹੈ ਨਾ, ਉਹ ਇਹਨੂੰ ਆਪਣੇ ਸਿਰ ਦਾ ਤਾਜ ਮੰਨਦਾ ਹੈ। ਇੱਕ ਵਾਰੀ ਅੰਗਰੇਜ਼ਾਂ ਨੇ ਸਿੱਖਾਂ ਨੂੰ ਕਿਹਾ ਸੀ ਕਿ ਦਸਤਾਰਾਂ ਲਾ ਕੇ ਤੁਸੀਂ ਲੋਹੇ ਦੇ ਟੋਪ ਪਾ ਕੇ ਜੰਗ ਦੇ ਮੈਦਾਨ ਵਿੱਚ ਜਾਓਗੇ, ਤੇ ਸਿੱਖਾਂ ਨੇ ਆਖਿਆ ਅਸੀਂ ਲੋਹੇ ਦੇ ਟੋਪ ਪਾ ਕੇ ਨਹੀਂ ਜਾਣਾ, ਅਸੀਂ ਦਸਤਾਰਾਂ ਬੰਨ੍ਹ ਕੇ ਜੰਗ ਦੇ ਮੈਦਾਨ ਵਿੱਚ ਜਾਣਾ ਹੈ। ਤੇ ਅੰਗਰੇਜ਼ ਸਰਕਾਰ ਨੇ ਆਖਿਆ ਤੁਸੀਂ ਸਾਨੂੰ ਲਿਖ ਕੇ ਦੇ ਦਿਓ ਕਿ ਜੇ ਤੁਹਾਡੇ ਸਿਰ ਵਿੱਚ ਗੋਲੀ ਲੱਗ ਕੇ ਮੌਤ ਹੋਈ ਤੇ ਤੁਹਾਡੇ ਪਰਿਵਾਰ ਨੂੰ ਪੈਨਸ਼ਨ ਨਹੀਂ ਦਿੱਤੀ ਜਾਏਗੀ। ਤੇ ਸਿੰਘਾਂ ਨੇ ਲਿਖ ਕੇ ਦੇ ਦਿੱਤਾ ਸੀ। ਅਨੇਕਾਂ ਉਹ ਸਿੱਖ ਸਨ ਜਿਹੜੇ ਜੰਗ ਦੇ ਮੈਦਾਨ ਵਿੱਚ ਸਿਰ ਦੇ ਵਿੱਚ ਗੋਲੀਆਂ ਲੱਗਣ ਦੇ ਨਾਲ ਸ਼ਹੀਦ ਹੋਏ ਸਨ। ਉਹਨਾਂ ਸ਼ਹੀਦੀ ਜਿਹੜੀ ਪ੍ਰਵਾਨ ਕੀਤੀ, ਪਰ ਲੋਹੇ ਦਾ ਟੋਪ ਪਾਉਣਾ ਪ੍ਰਵਾਨ ਨਹੀਂ ਕੀਤਾ, ਕਿਉਂਕਿ ਸਿੱਖ ਆਪਣੇ ਸਿਰ ਦੇ ਉੱਤੇ ਦਸਤਾਰ ਸਜਾਉਂਦਾ ਹੈ ਤੇ ਉਹ ਕਹਿੰਦਾ ਇਹ ਮੇਰੇ ਸਿਰ ਦਾ ਤਾਜ ਹੈ। ਕੇਸਾਂ ਦਾ ਤੇ ਦਸਤਾਰ ਦਾ ਐਸਾ ਰਿਸ਼ਤਾ ਹੈ ਜਿਵੇਂ ਨਹੁੰ ਤੇ ਮਾਸ ਦਾ ਰਿਸ਼ਤਾ ਹੁੰਦਾ ਹੈ। ਕਵੀ ਜੀ ਕਹਿੰਦੇ ਹਨ ਕਿ ਸਿੰਘ ਜਿਹੜੇ ਹਨ ਉਹ ਅੱਗੇ ਟੁੱਟ ਕੇ ਪੈ ਗਏ, ਮਿਲ ਗਏ ਦਲ ਸਮੁਦਾਏ ਸੇਲਣ ਸਾਂਗ ਤੇ ਨੇਜਿਆਂ ਬਰਛੀਆਂ ਨਾਲ, ਸਾਰੇ ਦਲ ਮਿਲ ਗਏ ਜਿੱਥੇ ਤੀਰ ਛੂਕਦੇ ਹੋਏ ਚੱਲਦੇ ਵੈਰੀ ਨੂੰ ਮਾਰਦੇ ਸਨ। ਕਹਿੰਦੇ ਬਰਛੀਆਂ ਲੈ ਕੇ ਭਵਾ ਕੇ ਮਾਰਦੇ ਸਨ ਤੇ ਬਰਛੀ ਵੈਰੀ ਦੇ ਸਾਹਮਣੇ ਵਾਲੇ ਸੂਰਮੇ ਦੇ ਸਰੀਰ ਵਿੱਚ ਇੱਦਾਂ ਧੱਸ ਜਾਂਦੀ ਹੈ ਜਿਵੇਂ ਵਰਮੀ ਵਿੱਚ ਸੱਪ ਵੜਦਾ ਹੈ, ਜਿਵੇਂ ਬਿੱਲ ਵਿੱਚ ਖੁੱਡ ਵਿੱਚ ਵਰਮੀ ਵਿੱਚ ਸੱਪ ਪੈਂਦਾ ਹੈ, ਤੇਜ਼ੀ ਦੇ ਨਾਲ ਉਹ ਅੰਦਰ ਚਲੇ ਜਾਂਦਾ ਹੈ। ਇੱਦਾਂ ਦੂਰੋਂ ਭਵਾ ਕੇ ਛੁੱਟੀ ਹੋਈ ਜਿਹੜੀ ਬਰਛੀ ਹੈ ਉਹ ਸੂਰਮੇ ਦੇ ਸਰੀਰ ਵਿੱਚ ਇੱਦਾਂ ਧੱਸ ਜਾਂਦੀ ਹੈ। ਬਰਛੀਆਂ ਤੇ ਤਲਵਾਰਾਂ ਨੇ ਭੜਥੂ ਮਚਾਇਆ ਹੋਇਆ ਹੈ, ਲਹੂ ਨਾਲ ਸਾਰੇ ਲਾਲ ਹੋਏ ਪਏ ਹਨ। ਕਹਿੰਦੇ ਇੱਦਾਂ ਲੱਗਦਾ ਜਿਵੇਂ ਸੂਹੇ ਰੰਗ ਦੀ ਸਾੜੀ ਜੋਗਣਾ ਨੇ ਲਾ ਲਈ ਹੋਵੇ, ਜੰਮਦੀ ਜੀਭ ਜਿੱਦਾਂ ਸਪਾਰੀ ਖਾ ਕੇ ਲਾਲ ਹੋ ਗਈ ਹੋਵੇ। ਇਸ ਤਰ੍ਹਾਂ ਕਵੀ ਜੀ ਕਹਿੰਦੇ ਤੋਪਾਂ ਨੂੰ ਪਿੱਛੇ ਦੂਰ ਛੱਡ ਕੇ ਲਸ਼ਕਰ ਅੱਗੇ ਨਿਕਲ ਆਇਆ ਤੇ ਯੋਧਿਆਂ ਦੇ ਨਾਲ ਹੁਣ ਦੋ ਦੋ ਹੱਥ ਕਰਨ ਲੱਗੇ ਹਨ। ਜਦੋਂ ਗੋਲੀਆਂ ਚੱਲ ਜਾਂਦੀਆਂ ਨਾ ਬੰਦੂਕਾਂ ਵਿੱਚੋਂ, ਫਿਰ ਦੁਬਾਰਾ ਤਿਆਰ ਕਰਦੇ ਨੇ। ਕਹਿੰਦੇ ਗੱਜ ਜਿਹੜੇ ਨੇ ਉਹਨਾਂ ਦੀ ਛਣਕਾਰ, ਉਹਨਾਂ ਦੀ ਆਵਾਜ਼ ਉੱਠਦੀ ਹੈ, ਪਲੀਤੇ ਧੁਖਦੇ ਹਨ, ਨਿਸ਼ਾਨਾ ਬਣ ਕੇ ਗੋਲੀ ਚਲਾ ਦਿੰਦੇ ਨੇ ਇੱਕ ਦੂਜੇ ਦੇ ਉੱਤੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੱਡਾ ਹੱਲਾ ਕੀਤਾ, ਸਾਰੇ ਸਿੰਘਾਂ ਨੂੰ ਨਾਲ ਲੈ ਕੇ ਬੰਦੂਕਾਂ ਨੂੰ ਸੰਭਾਲਿਆ ਤੇ ਵਿਰੋਧੀਆਂ ਦੇ ਯੁੱਧ ਕਰਨ ਕਰਕੇ ਸ਼ੁੱਧ ਕਰੋਧ ਆ ਗਿਆ। ਸ਼ੁੱਧ ਕਰੋਧ ਉਹਨੂੰ ਕਹਿੰਦੇ ਨੇ ਜਿਹੜਾ ਧਰਮ ਦਾ ਕਾਰਜ ਕਰਨ ਵਾਸਤੇ, ਉਪਕਾਰ ਕਰਨ ਵਾਸਤੇ ਆਵੇ। ਤੇ ਜਿਹੜਾ ਕਰੋਧ ਹੁੰਦਾ ਹੈ ਨਾ, ਕਰੋਧ ਉਹ ਦੂਜੇ ਦਾ ਨੁਕਸਾਨ ਕਰਦਾ ਹੈ, ਪਰ ਜਿਹੜਾ ਸ਼ੁੱਧ ਕਰੋਧ ਹੈ ਉਹ ਪਰਉਪਕਾਰ ਵਾਸਤੇ ਆਉਂਦਾ ਹੈ। ਕਵੀ ਜੀ ਨੇ ਇੱਥੇ ਲਿਖਿਆ ਕਿ ਸ਼ੁੱਧ ਕਰੋਧ ਆਇਆ ਹੈ ਤੇ ਗੁਰੂ ਸਾਹਿਬ ਜੀ ਹੁਣ ਧਨੁੱਖ ਨੂੰ ਧਾਰ ਕੇ ਘੋੜੇ ਨੂੰ ਭਜਾਇਆ ਤੇ ਸਮੂਹ ਤੀਰ ਤਾਣ ਕੇ ਬੜੇ ਜ਼ੋਰ ਦੇ ਨਾਲ ਮਾਰਦੇ ਸਨ। ਦੜ ਦੜ ਕਰਕੇ ਘੋੜੇ ਡਿੱਗਦੇ ਜਾਂਦੇ, ਘੋੜਿਆਂ ਦੇ ਸਵਾਰ ਡਿੱਗਦੇ ਜਾਂਦੇ ਨੇ। ਮਾਨੋ ਬਹੁਤ ਤੇਜ਼ ਹਵਾ ਵਗਦੀ ਹੋਵੇ ਨਾ, ਤੇ ਜਿੱਦਾਂ ਉਹ ਰੁੱਖ ਨੂੰ ਮੁੱਢ ਤੋਂ ਪੁੱਟ ਕੇ ਸੁੱਟ ਦਿੰਦੀ ਹੈ, ਇੱਦਾਂ ਧਰਤੀ ਦੇ ਉੱਤੇ ਸੂਰਮੇ ਡਿੱਗਦੇ ਹਨ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਜਿਹੜਾ ਵੀ ਅੱਗੇ ਆ ਗਿਆ ਉਹ ਠਹਿਰਦਾ ਨਹੀਂ, ਉਹ ਪ੍ਰਾਣਹੀਣ ਹੋ ਜਾਂਦਾ ਹੈ। ਭਿਆਨਕ ਜਦੋਂ ਉਹਦੀ ਮੌਤ ਹੁੰਦੀ ਹੈ ਤੇ ਦੂਜੇ ਨੂੰ ਵੇਖ ਕੇ ਮਨ ਦੇ ਵਿੱਚ ਭੈ ਆਉਂਦਾ ਹੈ। ਕਾਇਰ ਵੇਖ ਕੇ ਭੱਜ ਜਾਂਦੇ ਹਨ
ਗੁਰੂ ਜੀ ਦੀਆਂ ਅੱਖਾਂ ਸਾਹਮਣੇ ਜਿਹੜਾ ਨਹੀਂ ਆਇਆ ਉਹੀ ਬਚਿਆ, ਤੇ ਜਿਹੜਾ ਅੱਖਾਂ ਸਾਹਮਣੇ ਆਇਆ ਉਹਨੂੰ ਗੁਰੂ ਨੇ ਤੀਰ ਬਖਸ਼ ਦਿੱਤਾ, ਉਹਦੇ ਪ੍ਰਾਣ ਨਾਸ਼ ਹੋ ਗਏ। ਗੁਰੂ ਜੀ ਖਾਲਸੇ ਸਮੇਤ ਵੈਰੀਆਂ ਨੂੰ ਜਿਸ ਕਿਸ ਪਾਸੇ ਦੌੜਾਈ ਜਾਂਦੇ ਸਨ ਸਾਰੇ ਮਾਰ ਕੇ ਮਾਰ ਦਿੱਤੇ, ਕੋਈ ਵੀ ਉਹਨਾਂ ਦੇ ਅੱਗੇ ਨਾ ਟਿਕਿਆ। ਗੋਲੀਆਂ ਤੇ ਤੀਰ ਤੜਾਕ ਤੜਾਕ ਕਰਕੇ ਸੜਾਕ ਕਰਕੇ ਚੱਲਦੇ ਤੇ ਆਉਂਦੇ ਸੂਰਮੇ ਨੂੰ ਲੱਗਦੇ, ਜਿਉਂਦੇ ਭੱਜ ਜਾਂਦੇ ਸਨ, ਪਰ ਜਿਨ੍ਹਾਂ ਨੂੰ ਤੀਰ ਜਾਂ ਗੋਲੀ ਲੱਗਦੀ ਉਹ ਮਰ ਜਾਂਦੇ ਸਨ। ਇੱਥੋਂ ਤੱਕ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ ਸੀ। ਹੁਣ ਜਿਸ ਤਰ੍ਹਾਂ ਅੱਗੇ ਪ੍ਰਸੰਗ ਆ ਰਿਹਾ ਹੈ, ਪਿਆਰ ਸਤਿਕਾਰ ਦੇ ਨਾਲ ਸਰਵਣ ਕਰੋ। ਇਹ ਸਾਰਾ ਜੋ ਲਾਈਵ ਹੈ ਇਹ ਸਿੰਘ ਰੇਡੀਓ ਵਾਲੇ ਵੀਰ ਗੁਰਦੁਆਰਾ ਨਾਨਕ ਪਿਆਓ ਸਾਹਿਬ ਤੋਂ ਲਾਈਵ ਕਰ ਰਹੇ ਹਨ। ਬਹੁਤ ਧੰਨਵਾਦ ਹੈ ਇਹਨਾਂ ਦਾ। ਸਵੇਰੇ 3 ਵਜੇ ਤੋਂ ਸ਼ੁਰੂ ਹੋ ਜਾਂਦਾ ਹੈ ਤੇ 10:15 ਵਜੇ ਤੱਕ, ਸ਼ਾਮ ਨੂੰ 5:30 ਵਜੇ ਤੋਂ ਆਰੰਭ ਹੋ ਕੇ ਤੇ ਸਮਾਪਤੀ ਤੱਕ ਹੈ। ਇਹ ਬਹੁਤ ਸੋਹਣਾ ਉਪਰਾਲਾ ਹੈ ਤੇ ਸੰਗਤਾਂ ਨੂੰ ਵੀ ਬਹੁਤ ਬਹੁਤ ਵਧਾਈ ਹੈ। ਆਓ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਬਿਆਨ ਕਰਦੇ ਹਨ। ਪਿਆਰ ਸਤਿਕਾਰ ਦੇ ਨਾਲ ਸਰਵਣ ਕਰੋ। ਇੱਕ ਵਾਰ ਉਚਾਰਨ ਕਰੋ ਜੀ, ਸਤਨਾਮ ਵਾਹਿਗੁਰੂ ਜੀ। जोग सुबेगर पत मिल सारे, हैर जमू प्रतगारी उचारे। ਦੋਵੇਂ ਸੂਬੇ ਤੇ ਪਹਾੜੀ ਰਾਜੇ ਇਕੱਠੇ ਹੋਏ ਹਨ, ਇੱਕ ਥਾਂ ਤੇ ਮਿਲੇ ਹਨ। ਆਪਣੀ ਸੈਨਾ ਨੂੰ ਵੇਖ ਕੇ ਗਾਲਾਂ ਕੱਢਦੇ ਹਨ ਜੀ। बड़े जतन ते सन्मुख करे, कितक पलावे कीतक मरे। ਬੜਾ ਯਤਨ ਕਰਕੇ ਆਪਣੀ ਸੈਨਾ ਨੂੰ ਗੁਰੂ ਜੀ ਅਤੇ ਸਿੱਖਾਂ ਦੇ ਸਾਹਮਣੇ ਕਰਦੇ ਸਨ, ਹੌਸਲਾ ਦੇ ਦੇ ਕੇ, ਭਾਈ ਅੱਗੇ ਹੋ ਕੇ ਲੜੋ, ਸਾਹਮਣੇ ਜਾ ਕੇ ਲੜੋ। ਇਸ ਤਰ੍ਹਾਂ ਬੜਾ ਯਤਨ ਕਰਕੇ ਸਾਹਮਣੇ ਕਰਦੇ ਸਨ। ਤੇ ਜਦੋਂ ਸਾਹਮਣੇ ਕਰਦੇ ਸਨ ਤੇ ਕਈ ਭੱਜ ਜਾਂਦੇ ਸਨ ਡਰ ਕੇ, ਤੇ ਜਿਹੜੇ ਖੜੇ ਰਹਿੰਦੇ ਜੰਗ ਦੇ ਮੈਦਾਨ ਵਿੱਚ ਉਹ ਮਾਰੇ ਜਾਂਦੇ ਸਨ ਜੀ। को सिंह कावजत होयो, गुरु प्रताप खालसे जोयो। ਖਾਲਸੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਤਾਪ ਨੂੰ ਦੇਖਿਆ ਹੈ ਤੇ ਕਹਿੰਦੇ ਕੋਈ ਵਿਰਲਾ ਸਿੰਘ ਜ਼ਖਮੀ ਹੋਇਆ ਹੈ ਜੀ। यो लश्कर तुरकन के फेरे, केचत पहुँचे भाजत डेरे। ਇਸ ਪ੍ਰਕਾਰ ਤੁਰਕਾਂ ਦੀ ਫੌਜ ਨੂੰ, ਤੁਰਕਾਂ ਦੇ ਲਸ਼ਕਰ ਨੂੰ ਵਾਪਸ ਮੋੜ ਦਿੱਤਾ ਹੈ ਗੁਰੂ ਸਾਹਿਬ ਅਤੇ ਗੁਰੂ ਦੇ ਸਿੱਖਾਂ ਨੇ। ਕਈ ਤਾਂ ਭੱਜ ਜਾਂਦੇ ਸਨ, ਉਹ ਭੱਜ ਕੇ ਆਪਣੇ ਡੇਰੇ ਪਹੁੰਚ ਗਏ ਜੀ। सतन के दल लर कर लूटे, बहुर चौपते समुख न जुटे। ਵੈਰੀ ਦੇ ਦਲ ਲੜ ਕੇ ਹੁੱਟ ਗਏ ਹਨ। ਕਹਿੰਦੇ ਫਿਰ ਖੁਸ਼ੀ ਨਾਲ ਲੜਨ ਵਾਸਤੇ ਸਾਹਮਣੇ ਆ ਕੇ ਨਾ ਲੜੇ ਜੀ। सने सने हट कर पुरयोरी, आवत पुंजत भंगन छोरी। ਤੇ ਮਸਾਂ ਹਟ ਕੇ ਨਗਰ ਵੱਲ ਆ ਗਏ। ਆਉਣ ਲੱਗਿਆਂ ਬਹੁਤ ਬੰਦੂਕਾਂ ਚਲਾਈਆਂ ਹਨ ਜੀ। रण में मरे लोथ उठवाए, कायल को संभाल सब भाए। ਇੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਸਿੱਖ ਜਿਨ੍ਹਾਂ ਨੇ ਹੌਸਲਾ ਬੁਲੰਦ ਰੱਖਿਆ ਹੈ, ਦੂਜੇ ਬੰਨੇ ਵੈਰੀ ਹਨ ਜਿਨ੍ਹਾਂ ਨੇ ਹੌਸਲਾ ਹੀ ਹਾਰ ਦਿੱਤਾ ਹੈ। ਯੁੱਧ ਵਿੱਚ ਜਿਹੜੇ ਮਰ ਗਏ ਸਨ ਉਹਨਾਂ ਦੀਆਂ ਲੋਥਾਂ ਚੁੱਕੀਆਂ ਤੇ ਜਿਹੜੇ ਜ਼ਖਮੀ ਸਨ ਉਹਨਾਂ ਦੀ ਸੰਭਾਲ ਕੀਤੀ ਹੈ ਜੀ। आए दुरंग में सतगुर बरे,
सलख तो पकतो पन की करे। सतगुरु धन श्री गुरु गोबिंद सिंह महाराज आके किले दे विच दाखिल हो गए। फिर तोपां बंदूकां दियां शलखां छड्डियां जी। दुर्जन राखे दूर हटाए, मारे खेत बिखे समुदाय। कहते दुष्टां नूं दूर हटा के रखिया गुरु दे सिखां ने। रण खेतर विच बहुत वैरियां नूं मार मुकाया जी। वाहिगुरु जी की कह फतेह, हर एक खालसे में बानते। जदों खालसा भी पहुंच गया गुरु साहब जी दे कोल, ते फिर उन्होंने प्रसन्न चित हो के फतेह बुलाई है। आख्या वाहिगुरु जी का खालसा, वाहिगुरु जी की फतेह। इस तरह फतेह बुलावनी कीती है जी। बीत गयो बासर सरब, निस होई जब आए। सारा दिन बीत गया है ते जद रात हो गई है जी। गिरपत सब सूबे दो, मिले एक थाए। ते हुण पहाड़ी राजे ते दोवें सूबेदार वो सारे एक थां इकट्ठे होए हन जी। मिल कर मसलत लगे विचारन, जाए लहे किछ जाना। कवि जी कहते मिलकर मसलत लगे विचारन, जाए न कछ जाना। मिल के सलाह करके विचारन लगे, कुछ भी जानिया नहीं जाता है जी। कल तो तो गुरु पट उते, हमरे खरे मुदाना। कहन लगे कल ते गुरु दे सूरमे ओट लैके लड़ रहे सन। कहते ओट लैके खड़े सन ते साडे सूरबीर मैदान दे विच सन जी। या ते मरे हजारों योद्धा, मिट्टी मासर लाई। इस करके हजारां योधे मारे गए सन ते मिट्टी विच मास रला दिता सी जी। मैं समीप निज टोकन दीने, मार महान मचाई। साडे सैना नूं, साडे सूरमिਆਂ नूं सिखां ने अपने पास नहीं ढुकण दिता। कहते महान मार मचाई सी जी। गुर पट बचे मरे बहु हमरे, जान लीन तब हिता। गुरु जी दे सूरबीर बच गए, साडे बहुत सूरमे मारे गए जी। आज लरे सम है कर सारे, बन के सिंह सुचेता। उस समय असी बचन का कारण मोर्चियां की ओट जान लई सी, पर अज तां बराबर हो के लड़े हन। अज ते जंग के मैदान में आके लड़े हन गुरु के सूरमे। सिंह सुचेत बन के सामने हो के लड़े हन जी। हमरे मरे हजारों दीखत, खेत संकरी न होआ। साडे हजारां सूरबीर मरे दिखाई दिंदे हन। सारा रण खेतर लाशां दे नाल भर गया है जी। गुर को पाट काल पाको नह, मरे नरन में जुआ। गुरु साहब जी का कोई भी सूरमा जख्मी नहीं होया। कहते मरण की गल तो एक बने, गुरु जी का कोई सूरमा जख्मी भी नहीं होया। रण खेतर विच मरिया भी कोई नहीं वेखिया जी। भीम चंद ते आदक राजे, हाथ बंद कर पाखे। भीम चंद ते होर राजे हाथ जोड़ के कहना लगे हन जी। कात लड़न की ऐसी जानत,
मन में राखे। ਜਿਹੜੇ ਗੁਰੂ ਸਾਹਿਬ ਜੀ ਦੇ ਸਿੱਖ ਹਨ ਉਹ ਲੜਨ ਦਾ ਐਸਾ ਦਾ ਜਾਣਦੇ ਹਨ ਕਿ ਮਨ ਵਿੱਚ ਥੋੜਾ ਜਿਹਾ ਵੀ ਭੈ ਨਹੀਂ ਰੱਖਦੇ ਜੀ। एक बार ही हेल काल कर तवार मिल सारे। ਕਹਿੰਦੇ ਇੱਕ ਵਾਰ ਹੱਲਾ ਕਰਕੇ ਸਾਰੇ ਮਿਲ ਕੇ ਸਾਹਮਣੇ ਵਾਲੇ ਤੇ ਵਾਰ ਕਰਦੇ ਹਨ ਜੀ। बंद टोल कर कात हटत है होत न किम निर्वारे। ਉਹ ਟੋਲੇ ਬੰਨ ਕੇ ਨਾਸ਼ ਕਰਕੇ ਪਿੱਛੇ ਹਟ ਜਾਂਦੇ ਹਨ, ਕਿਸੇ ਪ੍ਰਕਾਰ ਰੋਕੇ ਨਹੀਂ ਜਾ ਸਕਦੇ ਜੀ। आगे लरे केर हमलीनस संग वजीद पठाना। ਅੱਗੇ ਲੜ ਕੇ ਅਸੀਂ ਘੇਰ ਲਏ ਸਨ ਇੱਕ ਵਾਰੀ, ਉਸ ਸਮੇਂ ਵਜੀਦ ਖਾਂ ਪਠਾਨ ਸਾਡੇ ਨਾਲ ਸੀ ਜੀ। नीट नीट कर गमन्यो बच के रोक्यो वैर मदाना। ਉਸ ਵੇਲੇ ਮਸਾਂ ਮਸਾਂ ਸਾਡੇ ਘੇਰੇ ਵਿੱਚੋਂ ਨਿਕਲੇ ਸਨ। ਬਹੁਤ ਅਸੀਂ ਸਿੱਖ ਮੈਦਾਨ ਦੇ ਵਿੱਚ ਰੋਕ ਲਏ ਸਨ ਜੀ। अब तुम चढ़ो न लड़बो कारण राखो 24 डेरे। ਹੁਣ ਤੁਸੀਂ ਲੜਾਈ ਵਾਸਤੇ ਚੜ੍ਹਾਈ ਨਾ ਕਰੋ, ਇਸ ਤਰ੍ਹਾਂ ਕਰੋ ਕਿ ਚਾਰੇ ਪਾਸੇ ਡੇਰੇ ਲਾ ਕੇ ਰੱਖੋ ਜੀ। दिलो न कछु प्रवेश नयंतर इस प्रकार लो केरे। ਕਿਲੇ ਦੇ ਅੰਦਰ ਕੁਝ ਪ੍ਰਵੇਸ਼ ਨਾ ਹੋਵੇ। ਕਹਿੰਦੇ ਇਸ ਪ੍ਰਕਾਰ ਤਕੜਾਈ ਕਰ ਲਓ ਕਿ ਅੰਦਰ ਕੁਝ ਵੀ ਨਾ ਜਾਵੇ, ਇਸ ਪ੍ਰਕਾਰ ਘੇਰਾ ਪਾ ਲਵੋ ਜੀ। दुर्ग मजार कर चबे कारण जमान वस्तु काई। ਕਿਲੇ ਦੇ ਅੰਦਰ ਖਰਚ ਵਾਸਤੇ ਕੋਈ ਵੀ ਵਸਤੂ ਜਮਾ ਨਹੀਂ ਹੈ ਜੀ। कृतस ने अनबो नामेना नहीं परुद समुदाई। ਘਿਓ ਦੇ ਸਮੇਤ ਅਨਾਜ ਵੀ ਬਹੁਤਾ ਨਹੀਂ ਹੈ ਕਿਲੇ ਦੇ ਅੰਦਰ, ਤੇ ਨਾ ਹੀ ਬਹੁਤਾ ਬਰੂਦ ਉਹਨਾਂ ਦੇ ਪਾਸ ਹੈ ਜੀ। गुल कायाद वस्त्रवत सगरी पाए न जत निकस है। ਜਦ ਗੋਲੀਆਂ ਆਦ ਸਾਰੀਆਂ ਵਸਤਾਂ ਉਹਨਾਂ ਨੂੰ ਮਿਲਣਗੀਆਂ ਨਹੀਂ ਤੇ ਫਿਰ ਬਾਹਰ ਆਉਣਗੇ ਜੀ। पुर ब्राह्मण पे मने करो सब कोई न किन्हू दे है। ਕਹਿੰਦੇ ਨਗਰ ਪਿੰਡਾਂ ਸਭ ਥਾਵਾਂ ਤੋਂ ਇਹ ਵਸਤਾਂ ਲੈਣਾ ਮਨਾ ਕਰੋ, ਕੋਈ ਵੀ ਸਿੱਖਾਂ ਨੂੰ ਕੁਝ ਨਾ ਦੇਵੇ ਜੀ। दिन अलपन में हुए लचार बहु मिले गुरु तब आपे। ਇਸ ਤਰ੍ਹਾਂ ਕਵੀ ਜੀ ਕਹਿੰਦੇ ਕਿ ਇਹਨਾਂ ਨੇ ਆਪਸ ਵਿੱਚ ਸਲਾਹ ਕੀਤੀ ਹੈ। ਦਿਨ ਅਲਪਣ ਮੈਂ ਹੋਏ ਲਚਾਰ ਬਹੁ ਮਿਲੇ ਗੁਰੂ ਤਬ ਆਪੇ। ਥੋੜੇ ਦਿਨਾਂ ਵਿੱਚ ਗੁਰੂ ਤੇ ਸਿੰਘ ਲਾਚਾਰ ਹੋ ਜਾਣਗੇ ਤੇ ਫਿਰ ਗੁਰੂ ਆਪੇ ਹੀ ਤੁਹਾਨੂੰ ਆ ਕੇ ਮਿਲਣਗੇ ਜੀ। जिम बादशाह ते मकर हो तब है मिल तुमरो मेहद प्रतापे। ਤੇ ਜਦੋਂ ਗੁਰੂ ਤੁਹਾਡੇ ਕੋਲ ਆ ਜਾਵੇਗਾ ਉਸ ਵੇਲੇ ਤੁਸੀਂ ਜਿੱਦਾਂ ਚਾਹੋ ਉਦਾਂ ਹੀ ਕਰੋ, ਤੁਹਾਡਾ ਵੱਡਾ ਪ੍ਰਤਾਪ ਹੋਵੇਗਾ ਜੀ। सगरे मुल्कन के तुम मालक कौन अरे बलतारी। ਤੁਸੀਂ ਸਾਰੇ ਮੁਲਕਾਂ ਦੇ ਮਾਲਕ ਹੋ, ਕਿਹੜਾ ਬਲਧਾਰੀ ਤੁਹਾਡੇ ਅੱਗੇ ਆੜ ਸਕਦਾ ਹੈ ਜੀ। महावासी जीर करे सब कया गुरबात विचारी। ਤੁਸੀਂ ਤਾਂ ਵੱਡੇ ਵੱਡੇ ਆਕੀ ਆਪਣੇ ਅਧੀਨ ਕਰ ਲਏ ਹਨ,
ਗੁਰੂ ਦੀ ਕੀ ਗੱਲ ਵਿਚਾਰਨੀ ਹੈ। ਗੁਰੂ ਦੇ ਕੋਲ ਤਾਂ ਥੋੜੇ ਜੇ ਸਿੱਖ ਹਨ। ਗੁਰੂ ਤੇ ਥੋੜੇ ਸਮੇਂ ਵਿੱਚ ਹੀ ਆਪ ਜੀ ਦੇ ਅਧੀਨ ਹੋ ਜਾਵੇਗਾ ਜੀ। ਇਹ ਮਗਰ ਪਤੇ ਨ ਪਨਿਓ ਸੁਨ ਦੋਨੋਂ ਹਿਰਦੇ में दद समाते। ਇਸ ਪ੍ਰਕਾਰ ਜਦ ਪਹਾੜੀ ਰਾਜਿਆਂ ਨੇ ਕਿਹਾ ਤੇ ਦੋਵੇਂ ਸੂਬੇਦਾਰ ਸੁਣ ਕਰਕੇ ਮਾਨੀ ਮਨ ਬਹੁਤ ਹੈਰਾਨ ਹੋਏ ਜੀ। ਪੁਰਖ ਪ੍ਰਤਾਪਵੰਤ ਮਨ ਜਾਣਿਓ ਚਲੀ ਸਮਤ ਨੇ ਕਾਏ। ਮਨ ਵਿੱਚ ਵੱਡੇ ਪ੍ਰਤਾਪ ਵਾਲਾ ਪੁਰਖ ਜਾਣਿਆ, ਉਹਨਾਂ ਦੇ ਖਿਲਾਫ ਕੋਈ ਸ਼੍ਰੇਸ਼ਟ ਮਤ ਨਹੀਂ ਚੱਲਦੀ ਹੈ ਜੀ। ਸੁਭੰਤ ਜਤਾ ਸੁਖ ਤੋ ਤਰਾਸ ਕਰ ਗੁਰ ਕੇ ਵੀਰ ਨ ਆਵੇ। ਤੇ ਪਹਿਲਾਂ ਵਾਂਗ ਰਾਤ ਹੋ ਗਈ ਤੇ ਇਹ ਸੌਂ ਗਏ ਹਨ, ਪਰ ਦਿਲ ਵਿੱਚ ਇਹਨਾਂ ਨੇ ਬਹੁਤ ਡਰ ਧਾਰਨ ਕੀਤਾ ਹੈ ਜੀ। ਲਾਖੋਂ ਲਸ਼ਕਰ ਜਾਗਤ ਆਂਦੇ ਪਰ ਆਦੇਸ਼ ਪਤਾਵੇ। ਡਰ ਇਹ ਧਾਰਨ ਕੀਤਾ ਹੈ ਕਿ ਕਿਤੇ ਗੁਰੂ ਦੇ ਸੂਰਬੀਰ ਬਹਾਦਰ ਉਹ ਆ ਕੇ ਹਮਲਾ ਨਾ ਕਰ ਦੇਣ। ਲੱਖਾਂ ਦੇ ਲਸ਼ਕਰ ਵਿੱਚ ਅੱਧੇ ਜਾਗਦੇ ਹੀ ਰਹੇ ਨੇ, ਉਹਨਾਂ ਨੂੰ ਨੀਂਦ ਹੀ ਨਹੀਂ ਆਈ ਡਰਦਿਆਂ ਨੂੰ, ਪਰ ਅੱਧੇ ਜਿਹੜੇ ਸਨ ਉਹ ਸੌਂ ਗਏ ਸਨ ਜੀ। ਇਤ ਸਤਿਗੁਰ ਕਰ ਖਾਨ ਪਾਨ ਕੋ ਸਭ ਕੀ ਸ਼ਰਤ ਸੰਭਾਰੀ। ਇਧਰ ਸਤਿਗੁਰੂ ਜੀ ਨੇ ਲੰਗਰ ਪ੍ਰਸ਼ਾਦ ਛਕ ਕੇ ਸਭ ਦੀ ਸੁਰਤ ਸੰਭਾਲ ਕੀਤੀ, ਭਾਵ ਸਾਰਿਆਂ ਦੀ ਖਬਰਸਾਰ ਲਈ ਹੈ ਜੀ। ਸਾਰ ਪੱਤਰ ਦੇ ਕਾਇਲ ਸਭ ਕੈ ਛਲ ਦੀ ਪੀਰ ਨਿਵਾਰੀ। ਜਿਹੜੇ ਸਿੰਘ ਜ਼ਖਮੀ ਹੋਏ ਸਨ, ਜਿਨ੍ਹਾਂ ਨੂੰ ਛੋਟੇ ਮੋਟੇ ਜ਼ਖਮ ਆਏ ਸਨ, ਉਹਨਾਂ ਨੂੰ ਸਾਲ ਪੱਤਰ ਦਿੱਤੇ ਤੇ ਜ਼ਖਮਾਂ ਦੀ ਪੀੜ ਦੂਰ ਕੀਤੀ ਹੈ ਜੀ। ਜੋ ਮਰ ਗਏ ਕਰੇ ਸੰਸਕਾਰ ਨਾ ਮਨ ਬਾਚਤ ਕੋ ਦੇ ਕੇ। ਜਿਹੜੇ ਮਰ ਗਏ ਸਨ ਉਹਨਾਂ ਦਾ ਦਾਹ ਸੰਸਕਾਰ ਕਰ ਦਿੱਤਾ ਹੈ ਤੇ ਨਾਲ ਹੀ ਉਹਨਾਂ ਨੂੰ ਮਨ ਭਾਉਂਦੇ ਵਰ ਦਿੱਤੇ ਹਨ ਜੀ। ਪਹੁੰਚੇ ਸ੍ਰੀ ਸਤਿਗੁਰ ਕੇ ਲੋਕ ਕਹੇ ਜਨਮ ਮਰਨ ਦੁਖ ਫੈਕੇ। ਇੱਥੇ ਮਨ ਵਿੱਚ ਇਹ ਖਿਆਲ ਜ਼ਰੂਰ ਆਏਗਾ ਵੀ ਜਿਹੜੇ ਸ਼ਹੀਦ ਹੋ ਗਏ ਨੇ ਜੰਗ ਦੇ ਮੈਦਾਨ ਵਿੱਚ ਤੇ ਉਹਨਾਂ ਨੂੰ ਫਿਰ ਵਰ ਕਿੱਦਾਂ ਦਿੱਤੇ ਨੇ। ਜਿਸ ਤਰ੍ਹਾਂ ਮੁਕਤਸਰ ਦੀ ਜੰਗ ਵਿੱਚ ਗੁਰੂ ਨੇ ਵਰ ਦਿੱਤੇ ਸਨ, ਕਿਸੇ ਨੂੰ 5 ਹਜ਼ਾਰੀ, ਕਿਸੇ ਨੂੰ 10 ਹਜ਼ਾਰੀ, ਕਿਸੇ ਨੂੰ 20 ਹਜ਼ਾਰੀ, ਕਿਸੇ ਨੂੰ 30 ਹਜ਼ਾਰੀ, ਕਿਸੇ ਨੂੰ 50 ਹਜ਼ਾਰੀ ਤੇ ਕਿਸੇ ਨੂੰ 1.25 ਲੱਖ ਦਾ ਵਰ ਦਿੱਤਾ ਸੀ। ਕਿਸੇ ਨੂੰ ਆਖਿਆ ਸੀ ਇਹ ਮੇਰਾ ਦਿੱਲੀ ਦਾ ਰਾਜਾ ਹੈ, ਕਿਸੇ ਨੂੰ ਆਖਿਆ ਇਹਨੂੰ ਬਲਖ ਬਖਾਰੇ ਦਾ ਰਾਜ ਇਹਦੀ ਝੋਲੀ 'ਚ ਪਾਇਆ, ਕਿਸੇ ਨੂੰ ਕਸ਼ਮੀਰ ਦਾ ਰਾਜਾ ਕਿਹਾ। ਇਸ ਤਰ੍ਹਾਂ ਗੁਰੂ ਨੇ ਵਰ ਦਿੱਤੇ ਸਨ। ਇੱਥੇ ਕਵੀ ਜੀ ਕਹਿੰਦੇ ਦਾਹ ਸੰਸਕਾਰ ਕੀਤਾ ਸ਼ਹੀਦਾਂ ਦਾ ਤੇ ਨਾਲ ਵਰ ਦਿੱਤੇ, ਮਨ ਭਾਉਂਦੇ ਵਰ ਦਿੱਤੇ। ਉਹ ਸਾਰੇ ਸਤਿਗੁਰੂ ਜੀ ਦੇ ਲੋਕ ਵਿੱਚ ਪਹੁੰਚ ਗਏ ਤੇ ਜਨਮ ਮਰਨ ਦੁੱਖ ਖਵੈ ਕੇ ਉਹਨਾਂ ਦਾ ਜਨਮ ਮਰਨ ਦਾ ਦੁੱਖ ਦੂਰ ਹੋ ਗਿਆ, ਉਹਨਾਂ ਦਾ ਜਨਮ ਮਰਨ ਕੱਟਿਆ ਗਿਆ ਜੀ। ਸੁਭੰਤ ਜਥਾ ਸੁਖ ਰਾਤ ਬਿਤਾਈ ਉੱਠ ਕਰ ਅੰਮ੍ਰਿਤ ਵੇਲੇ। ਤੇ ਸੌਂ ਕੇ ਪਹਿਲਾਂ ਸੁੱਖ ਨਾਲ ਰਾਤ ਬਤੀਤ ਕੀਤੀ, ਫਿਰ ਅੰਮ੍ਰਿਤ ਵੇਲੇ ਜਾਗਣਾ ਕੀਤਾ ਹੈ ਜੀ। ਗੁਰਬਾਣੀ ਕੋ ਪਠੇ ਖਾਲਸਾ ਨਾਮ ਵਾਹਿਗੁਰੂ ਲੈ ਲੈ। ਤੇ ਖਾਲਸਾ ਹੁਣ ਵਾਹਿਗੁਰੂ ਵਾਹਿਗੁਰੂ ਨਾਮ ਲੈ ਲੈ ਕੇ ਫਿਰ ਗੁਰਬਾਣੀ ਦਾ ਪਾਠ ਕਰਦਾ ਸੀ। ਇਹਦਾ ਭਾਵ ਇਹ ਹੈ ਕਿ ਜਦੋਂ ਸਿੱਖ ਨੇ ਉੱਠਣਾ ਨਾ ਅੰਮ੍ਰਿਤ ਵੇਲੇ, ਵਾਹਿਗੁਰੂ ਵਾਹਿਗੁਰੂ ਜਪਦਿਆਂ ਉੱਠਣਾ ਹੈ। ਸੌ ਇਸ਼ਨਾਨ ਕਰਕੇ ਫਿਰ ਥੋੜਾ ਸਮਾਂ ਮੂਲ ਮੰਤਰ ਦਾ ਜਾਪ ਕਰਨਾ ਤੇ ਫਿਰ
ਗੁਰਬਾਣੀ ਪੜ੍ਹਨੀ ਆਰੰਭ ਕਰਨੀ ਹੈ। ਕਈ ਵਾਰ ਕਈ ਕਹਿਣਗੇ ਵੀ ਪਾਠ ਕਰਦਿਆਂ ਮਨ ਹੀ ਨਹੀਂ ਲੱਗਦਾ, ਤੇ ਤੁਸੀਂ ਵੀ ਕਈ ਵਾਰ ਦੇਖਿਆ ਹੋਣਾ ਕਈਆਂ ਨੂੰ ਇਸ਼ਨਾਨ ਕਰਦਿਆਂ ਜਪਜੀ ਸਾਹਿਬ ਦਾ ਪਾਠ ਕਰੀ ਜਾ ਰਹੇ ਨੇ। ਇਸ਼ਨਾਨ ਕਰਦਿਆਂ ਵਾਹਿਗੁਰੂ ਵਾਹਿਗੁਰੂ ਜਪੋ, ਫਿਰ ਮੂਲ ਮੰਤਰ ਦਾ ਜਾਪ ਕਰੋ, ਫਿਰ ਜਪਜੀ ਸਾਹਿਬ ਦਾ ਪਾਠ ਆਰੰਭ ਕਰੋ, ਮਨ ਜ਼ਰੂਰ ਲੱਗੇਗਾ, ਟਿਕੇਗਾ। ਤੇ ਇਸ ਤਰ੍ਹਾਂ ਜਿਹੜਾ ਖਾਲਸਾ ਸੀ ਉਹ ਵਾਹਿਗੁਰੂ ਦਾ ਨਾਮ ਲੈ ਕੇ ਕਹਿੰਦੇ ਗੁਰਬਾਣੀ ਦਾ ਪਾਠ ਕਰਦਾ ਸੀ। ਪਹਿਲਾਂ ਮੂਲ ਮੰਤਰ ਗੁਰਮੰਤਰ ਦਾ ਜਾਪ ਕਰਦੇ ਸਨ, ਫਿਰ ਗੁਰਬਾਣੀ ਪੜ੍ਹਨੀ ਆਰੰਭ ਕਰਦੇ ਸਨ। ਗੁਰਬਾਣੀ ਕੋ ਪਠੇ ਖਾਲਸਾ ਨਾਮ ਵਾਹਿਗੁਰੂ ਲੈ ਲੈ। ਇਸ ਤਰ੍ਹਾਂ ਨਿਤਨੇਮ ਦਾ ਫਿਰ ਪਾਠ ਸ਼ੁਰੂ ਕਰਦੇ ਸਨ ਜੀ। ਆਸਾ ਵਾਰ ਰਬਾਬੀ ਗਾਵੇ ਸੁਨੇ ਇੱਕ ਮਨ ਹੋਏ। ਫਿਰ ਬਾਬੀ ਆਸਾ ਦੀ ਵਾਰ ਦਾ ਕੀਰਤਨ ਕਰਦੇ ਸਨ ਤੇ ਸਾਰੇ ਇੱਕ ਮਨ ਸੁਰਤ ਜੋੜ ਕੇ ਟਿਕ ਕੇ ਆਸਾ ਦੀ ਵਾਰ ਦਾ ਕੀਰਤਨ ਸਰਵਨ ਕਰਦੇ ਸਨ ਜੀ। ਸੋਚ ਸਮਾਨ ਨਾਟ ਕਰ ਸਗਰੇ ਦਿਸ ਤੇ ਤੁਰਕਨ ਜੋਏ। ਸਾਰੇ ਸੌਜ ਇਸ਼ਨਾਨ ਕਰਕੇ ਕ੍ਰੋਧ ਨਾਲ ਤੁਰਕਾਂ ਬਾਰੇ ਵਿਚਾਰਦੇ ਸਨ ਜੀ। ਹੁਕਮ ਗੁਰੂ ਕੀ ਨੋ ਸਭ ਹਿਨ ਕੋ ਨਿਜ ਮੁਰਚੇ ਸਾਵਧਾਨਾ। ਕਿਉਂਕਿ ਸਾਰਿਆਂ ਨੂੰ ਗੁਰੂ ਜੀ ਨੇ ਹੁਕਮ ਕੀਤਾ ਸੀ ਕਿ ਆਪਣੇ ਆਪਣੇ ਮੋਰਚੇ ਵਿੱਚ ਸਾਵਧਾਨ ਰਹੋ ਜੀ। ਆਜ ਜਾਏ ਨੇ ਆਯੁਧ ਖਾਵੋ ਠਿੜੇ ਰਹੋ ਨਿਜ ਥਾਨਾ। ਬਹੁਤੇ ਅੱਗੇ ਵੱਧ ਕੇ ਹਥਿਆਰਾਂ ਦੀ ਮਾਰ ਨਾ ਖਾਵੋ, ਆਪਣੇ ਸਥਾਨ ਤੇ ਬੈਠੇ ਰਹੋ ਜੀ। ਮਾਨ ਹੁਕਮ ਕੋ ਮੇਰਿਓ ਖਾਲਸਾ ਜਵਾਲਾ ਬਖਮਨੀ ਛੋਰੇ। ਜਵਾਲਾ ਬਮਣੀ ਬੰਦੂਕਾਂ ਨੂੰ ਕਹਿੰਦੇ ਹਨ। ਕਹਿੰਦੇ ਖਾਲਸਾ ਗੁਰੂ ਦਾ ਹੁਕਮ ਮੰਨ ਕੇ ਆਪਣੇ ਸਥਾਨ ਤੇ ਬੈਠਾ ਰਿਹਾ ਤੇ ਥੋੜੀ ਥੋੜੀ ਦੇਰ ਬਾਅਦ ਬੰਦੂਕਾਂ ਚਲਾਉਂਦੇ ਰਹੇ ਜੀ। ਤੁਰਕ ਪਹਾਰੀ ਉਠੇ ਪ੍ਰਾਤ ਪੇਖ ਜਗਤ ਜੂਟ ਮੁਖ ਜੋਰੇ। ਦੇਖੋ ਦੋਵਾਂ ਦੀ ਗੱਲ ਕਵੀ ਜੀ ਨੇ ਕਰ ਦਿੱਤੀ ਹੈ। ਕਹਿੰਦੇ ਸਿੱਖ ਤੇ ਜਦੋਂ ਉੱਠਦੇ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਤੇ ਫਿਰ ਸੌ ਇਸ਼ਨਾਨ ਕਰਕੇ ਬਾਣੀ ਪੜ੍ਹਦੇ, ਉਧਰ ਤੁਰਕ ਤੇ ਪਹਾੜੀਏ ਸਵੇਰ ਹੋਣ ਤੇ ਉੱਠੇ ਹਨ, ਉਹ ਜਾਗੇ ਹਨ ਤੇ ਉਹਨਾਂ ਪਹਿਲਾ ਕੰਮ ਕੀ ਕੀਤਾ ਹੈ? ਜਗਤ ਝੂਠ ਹੁੱਕੇ ਨਾਲ ਆਪਣਾ ਮੂੰਹ ਜੋੜਦੇ ਸਨ ਜੀ। ਮ੍ਰਿਤਕ ਸੰਬੰਧੀ ਉਤੇ ਜੋ ਨੇੜੇ ਦਾਨਾ ਕਰੇ ਦਫਨਾਏ। ਉਹਨਾਂ ਦੇ ਜਿਹੜੇ ਨਜ਼ਦੀਕੀ ਸੰਬੰਧੀ ਮਰ ਗਏ ਸਨ ਉਹਨਾਂ ਦਾ ਦਾਹ ਸੰਸਕਾਰ ਕਰ ਦਿੱਤਾ ਜੀ। ਰਹੇ ਸ਼ੇਖਰ ਮਾਏ ਅਦਗਨ ਸਭ ਕੈ ਆਮਿਕ ਖਾਏ। ਕਹਿਣ ਤੋਂ ਭਾਵ ਹੈ ਕਿ ਜਿਹੜੇ ਪਹਾੜੀਆਂ ਦੇ ਰਿਸ਼ਤੇਦਾਰ ਮਰੇ ਉਹਨਾਂ ਦਾ ਦਾਹ ਸੰਸਕਾਰ ਕੀਤਾ ਤੇ ਜਿਹੜੇ ਤੁਰਕ ਮਰੇ ਉਹਨਾਂ ਨੂੰ ਦਫਨਾਉਣਾ ਕੀਤਾ। ਬਾਕੀਆਂ ਦਾ ਮਾਸ ਗਿੱਦੜ ਤੇ ਗਿਰਜਾਂ ਨੇ ਖਾਧਾ ਜੀ। ਕਾਕ ਕੰਕ ਚਮੰਡਾ ਚੀਕਤ ਹਾਏ ਨਰ ਮਾਸ ਹਾਰਾ। ਉੱਥੇ ਕਾਂ ਵੀ ਜੰਗ ਦੇ ਮੈਦਾਨ ਵਿੱਚ ਉੱਡਦੇ ਫਿਰਦੇ ਹਨ। ਇੱਲਾਂ ਤੇ ਗਿਰਜਾਂ ਉਹ ਚੀਕਦੀਆਂ ਸਨ, ਘੋੜਿਆਂ ਤੇ ਮਨੁੱਖਾਂ ਦਾ ਮਾਸ ਖਾਂਦੀਆਂ ਸਨ ਜੀ। ਬ੍ਰਿੰਦ ਪ੍ਰਮਾਵੇ ਓਡ ਆਕਾਸ਼ ਮਹਿ ਕੇਤ ਕਪੂਮ ਮਜ਼ਾਰਾ। ਤੇ ਆਕਾਸ਼ ਵਿੱਚ ਉੱਡ ਕੇ ਬਹੁਤ ਭੌਂਦੀਆਂ ਸਨ ਤੇ ਕਈ ਧਰਤੀ ਦੇ ਉੱਤੇ ਬੈਠੀਆਂ ਹੋਈਆਂ ਸਨ। ਇਸ ਤਰ੍ਹਾਂ ਜਿੰਨੇ ਵੀ ਆਨੰਦਪੁਰ ਦੇ ਜਾਣ ਵਾਲੇ ਪਹੁੰਚ ਮਾਰਗ ਸਨ
ਸਾਰਿਆਂ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ ਸੀ। ਸੈਨਾਪਤੀਆਂ ਨੇ ਥਾਂ ਥਾਂ ਬਹੁਤ ਡੇਰੇ ਕੀਤੇ ਸਨ ਤੇ ਬਹੁਤ ਭੈ ਦੇ ਕੇ ਆਨੰਦਪੁਰ ਨੂੰ ਘੇਰਾ ਪਾ ਲਿਆ ਹੈ। ਅਗਲਾ ਪ੍ਰਸੰਗ ਹੁਣ ਆਪਾਂ ਸੋਮਵਾਰ ਦੇ ਦਿਨ ਸਾਂਝਾ ਕਰਾਂਗੇ, ਕਿਉਂਕਿ ਕੱਲ੍ਹ ਸੰਗਤਾਂ ਵੱਲੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਹੈ, ਜਿਸ ਵਿੱਚ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਵੀ ਹਾਜ਼ਰੀ ਭਰਨਗੇ। ਤੇ ਪਰਸੋਂ ਗੁਰਦੁਆਰਾ ਬ੍ਰਹਮ ਬੰਗਾ ਸਾਹਿਬ ਦੋਦੜਾ ਦੀ ਸੰਗਤ ਵੱਲੋਂ 9:30 ਵਜੇ ਤੱਕ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ। ਆਪ ਜੀ ਨੇ ਹਾਜ਼ਰੀਆਂ ਭਰ ਕੇ ਹਰ ਜਾ ਸਰਵਣ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਇਹ ਸਿੰਘ ਰੇਡੀਓ ਦੇ ਉੱਤੇ ਚੈਨਲ ਦੇ ਉੱਤੇ ਲਾਈਵ ਹੁੰਦਾ ਹੈ ਗੁਰਦੁਆਰਾ ਨਾਨਕ ਪਿਆਓ ਸਾਹਿਬ ਤੋਂ, ਤੇ ਸਾਰੇ ਇਸ ਨੂੰ ਸਬਸਕ੍ਰਾਈਬ ਕਰ ਲਓ, ਕਿਉਂਕਿ ਉਹ ਫਿਰ ਆਪਣੇ ਮੋਬਾਈਲ ਵਿੱਚ ਆ ਜਾਂਦਾ ਹੈ। ਆਪਾਂ ਜਦੋਂ ਮਰਜ਼ੀ ਇਹਦੇ ਉੱਤੇ ਕਥਾ ਕੀਰਤਨ ਦੇਖ ਸਕਦੇ ਹਾਂ, ਸੁਣ ਸਕਦੇ ਹਾਂ। ਸੋ ਬੇਨਤੀ ਪ੍ਰਵਾਨ ਕਰਨੀ, ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ